ਪੈਸੇ ਉਹਦੇ ਵਾਸਤੇ ਇੱਕ ਜਿਹੜਾ ਐਵਰੇਜ ਕਲਾਈਂਬਰ ਹੈ ਉਹਨੂੰ ਕੋਈ ਚਾਹੀਦਾ 50,000 ਖੂਬ ਸੋਚ ਵਿਚਾਰ ਕੀਤੀ ਕਿ ਹੁਣ ਪੈਸਾ ਕਿੱਥੋਂ ਆਏ, ਇਹ ਤੇ ਹੁਣ ਕਰਨਾ ਤੇ ਹੈ, ਪੈਸਾ ਕਿੱਥੋਂ ਆਏਗਾ। ਉਹਦੇ ਵਿੱਚ ਸਪਾਂਸਰਸ਼ਿਪ ਮਿਲ ਜਾਂਦੀ ਹੈ ਤੁਹਾਨੂੰ, ਨਾ ਖੈਰਾਤ ਨਹੀਂ, ਇਟ ਇਜ਼ ਸਪਾਂਸਰਸ਼ਿਪ। ਮਾਰਕੀਟਿੰਗ ਲੋਕਾਂ ਦਾ ਇੱਕ ਟੈਕਟਿਕਸ ਹੁੰਦਾ ਤੇ ਉਹ ਇੱਕ ਤੇ ਕਿ ਤੁਸੀਂ ਉਹ ਐਕਸਪਲੋਰ ਕਰ ਸਕਦੇ ਹੋ ਵਿਦ ਯੂਅਰ ਐਕਸਪੀਰੀਅੰਸ ਬੈਕਗਰਾਊਂਡ ਤੁਹਾਡੀ ਇੱਕ ਹੁੰਦੀ ਹੈ ਤੇ ਲੋਕੀ ਕਹਿੰਦੇ ਕਿ ਜੀ ਠੀਕ ਹੈ ਇਹ ਕਰ ਲੈਗਾ ਤੇ ਚਲੋ ਅਸੀਂ ਇਹਨੂੰ ਪੈਸੇ ਦਿੰਦੇ ਆ, ਉਹਦੇ ਬਦਲੇ 'ਚ ਉਹਦਾ ਜਿਹੜਾ ਨਾ ਤੁਸੀਂ ਉਹ ਕਰਨਾ ਹੁੰਦਾ ਕਿ ਠੀਕ ਹੈ ਤੁਹਾਡਾ ਝੰਡਾ ਜਾਂ ਤੁਹਾਡਾ ਸ਼ਰਟ ਪਾ ਲਵਾਂਗੇ, ਟੋਪੀ ਪਾ ਲਵਾਂਗੇ। ਖਾਣ ਪੀਣ ਵਿੱਚ ਬੁਨਿਆਦੀ ਤੌਰ ਤੇ ਨਾਰਮਲ ਹੀ ਡਾਈਟ ਹੁੰਦੀ ਹੈ ਨਾ, ਕਿਉਂਕਿ ਸਪੈਸ਼ਲ ਤੇ ਕੋਈ ਡਾਈਟ ਹੁੰਦੀ ਨਹੀਂ। ਲੇਕਿਨ ਸਪੈਸ਼ਲ ਤੁਸੀਂ ਇੱਕ ਹਿਸਾਬ ਨਾਲ ਕਹਿ ਸਕਦੇ ਹੋ ਕਿ ਜਦੋਂ ਉੱਪਰ ਚਲੇ ਜਾਂਦੇ ਅਸੀਂ ਅਪਰ ਬੇਸ ਕੈਂਪ ਤੱਕ ਤੇ ਇਹੋ ਹੀ ਦਾਲ ਰੋਟੀ ਸਬਜ਼ੀ ਗੋਸ਼ਤ ਇਹੀ ਚੀਜ਼ਾਂ ਹੁੰਦੀਆਂ। ਜਦੋਂ ਤੁਸੀਂ ਉੱਪਰ ਚਲੇ ਜਾਂਦੇ ਹੋ ਉੱਪਰ ਫਿਰ ਭੁੱਖ ਨਹੀਂ ਲੱਗਦੀ ਤੁਹਾਨੂੰ, ਤਾਜ਼ਾ ਚੀਜ਼ਾਂ ਉੱਥੇ ਮਿਲਦੀਆਂ ਵੀ ਨਹੀਂ, ਲੇਕਿਨ ਅਗਰ ਹੋਏ ਵੀ ਤੇ ਤੁਸੀਂ ਜਾ ਨਹੀਂ ਸਕਦੇ ਉੱਤੇ। ਪਾਕਿਸਤਾਨ ਵਿੱਚ ਰਹਿੰਦਿਆਂ ਹੋਇਆਂ ਅਸੀਂ ਕੋਸ਼ਿਸ਼ ਵੀ ਕੀਤੀ ਇੱਕ ਦੋ ਦਫਾ, ਪਹਿਲਾਂ ਵੀ ਕੋਸ਼ਿਸ਼ ਕੀਤੀ, ਲੇਕਿਨ ਸਾਨੂੰ ਇਹ ਨਹੀਂ ਸੀ ਨਜ਼ਰ ਆਉਂਦਾ ਕਿ ਇੰਨਾ ਪੈਸਾ ਕਿੱਥੋਂ ਆਏਗਾ। ਕਿੰਨੇ ਕੁ ਪੈਸੇ ਚਾਹੀਦੇ ਨੇ? ਪੈਸੇ ਉਹਦੇ ਵਾਸਤੇ ਇੱਕ ਜਿਹੜਾ ਐਵਰੇਜ ਕਲਾਈਂਬਰ ਹੈ ਉਹਨੂੰ ਕੋਈ ਚਾਹੀਦਾ 50,000 ਉਹ ਕਿੰਨੇ ਪਾਕਿਸਤਾਨੀ ਪੈਸੇ ਬਣਦੇ? ਅੱਜ ਕੱਲ੍ਹ ਤੇ ਉਹ 70-75 ਲੱਖ ਬਣ ਗਿਆ, ਅੱਗੇ 80 ਲੱਖ ਬਣ ਗਿਆ। ਤੁਹਾਡੇ ਕਿੰਨੇ ਕੁ ਲੱਗੇ ਸਨ? ਮੇਰੇ ਵੀ ਤਕਰੀਬਨ ਲੱਗੇ ਸੀ। ਅੱਛਾ, ਉਹ ਕਿਸ ਤਰ੍ਹਾਂ ਤੁਹਾਡਾ ਫਿਰ ਬਣਿਆ ਪ੍ਰੋਗਰਾਮ? ਉਹ ਫਿਰ ਇਹ ਸੀ ਕਿ ਇੱਕ ਜਦੋਂ ਮਤਲਬ ਹੈ ਕਿ ਸੀ 60 ਸਾਲ ਦੇ ਨੇੜੇ ਪਹੁੰਚ ਗਿਆ ਤੇ ਐਵੇਂ ਹੀ ਇੱਕ ਦਫਾ ਬੈਠਿਆਂ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਮੇਰੇ ਦਿਲ 'ਚ ਫੌਰਨ ਆਇਆ, ਮੈਂ ਕਿਹਾ ਯਾਰ ਕੋਈ ਜ਼ਰੂਰੀ ਤੇ ਨਹੀਂ ਕਿ ਟੀਮ ਹੀ ਕੋਈ ਜਾਏਗੀ ਤੇ ਅਸੀਂ ਜਾਵਾਂਗੇ, ਇਕੱਲਿਆਂ ਵੀ ਤੇ ਜਾ ਸਕਦਾ ਬੰਦਾ, ਲੋਕੀ ਕਰਦੇ ਨੇ ਜਾਂਦੇ ਨੇ, ਔਰ ਉਹਦੇ ਟੀਮ ਮੈਨੇਜ ਤੁਸੀਂ ਕਰ ਹੀ ਨਹੀਂ ਸਕਦੇ। ਇੱਕ ਬੰਦੇ ਦਾ ਇੰਨਾ ਪੈਸਾ ਇੱਕ ਬੰਦੇ ਦਾ ਨਹੀਂ ਪੂਰਾ ਕਰ ਸਕਦੇ, ਦੂਸਰੇ ਦਾ ਕਿਸ ਤਰ੍ਹਾਂ ਪੂਰਾ ਹੋਏਗਾ। ਤੇ ਉਹ ਬਹਰਹਾਲ ਉਦੋਂ ਬੈਠਿਆਂ ਮੈਂ ਸੋਚਿਆ ਕਿ ਯਾਰ ਬਸ ਹੁਣ ਕਰ ਹੀ ਲਓ ਜਿਸ ਤਰ੍ਹਾਂ ਵੀ ਹੁੰਦਾ। ਇਹ ਕਦੋਂ ਦੀ ਗੱਲ? 2016 'ਚ। ਤੇ ਮੈਂ ਉਹ ਆਪਣੇ ਚੰਦ ਦੋਸਤਾਂ ਨੂੰ ਅਨਾਊਂਸ ਕਰਤਾ ਕਿ ਜੀ ਕਿ ਮੈਂ ਅਗਲੇ ਸਾਲ 2017 ਜਿਹੜਾ ਪ੍ਰੀ ਮੌਨਸੂਨ ਜਾਂ ਮੌਸਮ ਬਹਾਰ ਵਾਲੀ ਜਿਹੜੀ ਕਲਾਈਂਬ ਹੈ ਉਹ ਤੇ ਮੈਂ ਜਾ ਰਿਹਾ ਐਵਰੇਜ ਕਰਨ ਵਾਸਤੇ। ਲੇਕਿਨ ਉਸ ਦਿਨ ਤੱਕ ਮੈਨੂੰ ਇਹ ਨਹੀਂ ਸੀ ਪਤਾ ਪੈਸਾ ਕਿੱਥੋਂ ਆਏਗਾ। ਬਹਰਹਾਲ ਉਹ ਦੋ ਦੋਸਤਾਂ ਦੇ ਨਾਲ ਅਸੀਂ ਬੈਠ ਕੇ ਹੋਰ ਦੇ ਨਾਲ ਫਿਰ ਉਹ ਇੱਕ ਉਹਦੇ ਉੱਤੇ ਖੂਬ ਸੋਚ ਵਿਚਾਰ ਕੀਤੀ ਕਿ ਹੁਣ ਪੈਸਾ ਕਿੱਥੋਂ ਆਏਗਾ, ਇਹ ਤੇ ਹੁਣ ਕਰਨਾ ਤੇ ਹੈ, ਪੈਸਾ ਕਿੱਥੋਂ ਆਏਗਾ। ਉਹਦੇ ਵਿੱਚ ਸਪਾਂਸਰਸ਼ਿਪ ਮਿਲ ਜਾਂਦੀ ਹੈ ਤੁਹਾਨੂੰ, ਨਾ ਖੈਰਾਤ ਨਹੀਂ, ਇਟ ਇਜ਼ ਸਪਾਂਸਰਸ਼ਿਪ। ਮਾਰਕੀਟਿੰਗ ਲੋਕਾਂ ਦਾ ਇੱਕ ਟੈਕਟਿਕਸ ਹੁੰਦਾ ਤੇ ਉਹ ਇੱਕ ਤੇ ਕਿ ਤੁਸੀਂ ਉਹ ਐਕਸਪਲੋਰ ਕਰ ਸਕਦੇ ਹੋ ਵਿਦ ਯੂਅਰ ਐਕਸਪੀਰੀਅੰਸ ਬੈਕਗਰਾਊਂਡ ਤੁਹਾਡੀ ਇੱਕ ਹੁੰਦੀ ਹੈ ਤੇ ਲੋਕੀ ਕਹਿੰਦੇ ਕਿ ਜੀ ਠੀਕ ਹੈ ਇਹ ਕਰ ਲੈਗਾ ਤੇ ਚਲੋ ਅਸੀਂ ਇਹਨੂੰ ਪੈਸੇ ਦਿੰਦੇ ਆ, ਉਹਦੇ ਬਦਲੇ 'ਚ ਉਹਦਾ ਜਿਹੜਾ ਨਾ ਤੁਸੀਂ ਉਹ ਕਰਨਾ ਹੁੰਦਾ ਕਿ ਠੀਕ ਹੈ ਤੁਹਾਡਾ ਝੰਡਾ ਜਾਂ ਤੁਹਾਡਾ ਸ਼ਰਟ ਪਾ ਲਵਾਂਗੇ, ਟੋਪੀ ਪਾ ਲਵਾਂਗੇ, ਜਿਸ ਤਰ੍ਹਾਂ ਸਪੋਰਟਸ ਵਿੱਚ ਹੁੰਦਾ। ਤੇ ਇਹੀ ਇੱਕ ਤਰੀਕਾ ਸੀ ਪੈਸੇ ਇਕੱਠੇ ਕਰਨ ਦਾ, ਹੋਰ ਤਾਂ ਕੋਈ ਨਹੀਂ ਹੈ। ਉਹ ਤੁਸੀਂ ਬੜੇ ਜਿਹੜੇ ਇੰਡਸਟਰੀਜ਼ ਨੇ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਹੋ ਜਾਂ ਕੋਈ ਬੜਾ ਮਹਿਕਮੇ ਨੂੰ ਅਪਰੋਚ ਕਰੋਗੇ। ਸਰਕਾਰ ਤੇ ਕਰਦੀ ਕੋਈ ਨਹੀਂ, ਪੰਜਾਬ ਗੌਰਮੈਂਟ ਨੂੰ ਵੀ ਕੀਤਾ ਲੇਕਿਨ ਉਹਨੇ ਵੀ ਇਨਕਾਰ ਕੀਤਾ। ਬੜਾ ਉਹ ਜਦੋਂ ਸ਼ੁਰੂ ਵਿੱਚ ਥੋੜ੍ਹਾ ਜਿੰਨਾ ਅਸੀਂ ਕੋਸ਼ਿਸ਼ ਕੀਤੀ ਤੇ ਪਤਾ ਚੱਲਿਆ ਕਿ ਜ਼ਰਾ ਮੁਸ਼ਕਿਲ ਕੰਮ ਹੈ ਹਾਲੇ ਵੀ। ਤੇ ਉਹਦੇ 'ਚ ਫਿਰ ਮੈਂ ਕਿਹਾ ਕਿ ਜੀ ਮੇਰਾ ਇੱਕ ਪਲਾਟ ਹੈ, ਉਹ ਆਪਣੇ ਇੱਕ ਦੋਸਤ ਨੂੰ ਮੈਂ ਕਿਹਾ ਕਿ ਨਜ਼ਰ ਵਿੱਚ ਰੱਖਣਾ, ਮੈਂ ਇੱਕ ਸਰਟਨ ਟਾਈਮ ਦੇ ਉੱਤੇ ਤੈਨੂੰ ਗੋ ਹੈਡ ਦੇ ਦੇਵਾਂਗਾ ਤੇ ਇਹ ਵੇਚ ਦੇਣਾ। ਫਿਰ ਆਖਰੀ ਹੱਲ ਤੇ ਇਹੀ ਸੀ, ਠੀਕ ਹੈ। ਬੜਾ ਉਹ ਅੱਲਾਹ ਤਾਲਾ ਨੇ ਮਦਦ ਕਰਤੀ ਕਿ ਉਹ ਕੁਛ ਮੇਰੇ ਦੋਸਤ ਸੀਨੀਅਰ ਜਰਨੈਲ, ਦੋ ਪਾਰਟੀਕੂਲਰ ਉਹਨਾਂ ਦਾ ਮੈਂ ਜ਼ਿਕਰ ਕਰਾਂਗਾ,
ਕਿ ਉਹ ਉਸੇ ਦੌਰਾਨ ਹੀ ਮੇਰੇ ਇਸ ਅਰਸੇ ਦੇ ਦੌਰਾਨ ਜਦੋਂ ਮੈਨੂੰ ਪੈਸੇ ਚਾਹੀਦੇ ਸੀ, ਉਹ ਐਸੀ ਜਗ੍ਹਾ ਤੇ ਆ ਕੇ ਬੈਠ ਗਏ ਕਿ ਜਿੱਥੇ ਉਹ ਕਰ ਸਕਦੇ ਸੀ ਕੁਛ ਨਾ ਕੁਛ। ਤੇ ਲਿਹਾਜ਼ਾ ਇੱਕ ਨੇ ਕੁਛ ਕੀਤਾ, ਦੂਸਰਾ ਤੇ ਚੱਲਦਾ ਰਿਹਾ। ਉਹਨੇ ਕਿਹਾ ਕਿ ਜੀ ਕਿ ਨਹੀਂ, ਮੈਂ ਹੁਣ ਕਿਹਨੂੰ ਕਹਾਂਗਾ, ਮੈਂ ਕੋਸ਼ਿਸ਼ ਕਰਦਾ ਲੇਕਿਨ ਜਿੰਨੀ ਦੇਰ ਤੱਕ ਮੇਰੇ ਹੱਥ 'ਚ ਕੁਛ ਨਾ ਹੋਵੇ ਤੇ ਉਨੀ ਦੇਰ 'ਚ ਕੁਛ ਨਹੀਂ। ਉਹ ਅੱਲਾ ਮੀਆਂ ਨੇ ਕੀ ਕੀਤਾ, ਉਹਦੇ ਹੱਥ 'ਚ ਵੀ ਲੈਣ, ਉਹਨੂੰ MD ਲੱਗ ਗਿਆ, ਇੱਕ AWT ਫੌਜੀ ਸੀਮੈਂਟ ਦਾ MD ਲੱਗ ਗਿਆ। ਉਹਨਾਂ ਦੋਨਾਂ ਦੇ ਨਾਂ ਲੈਣਾ ਪਸੰਦ ਕਰੋਗੇ? ਹਾਂਜੀ, ਉਹ ਜਨਰਲ ਐਸਨ ਸੀ, ਇਹ ਜਿਹੜੇ ਫੌਜੀ ਸੀਮੈਂਟ, ਇਸ ਤੇ ਉਹ ਸੀਗੇ MD ਬਣ ਗਏ। ਜਨਰਲ ਮੁਮਤਾਜ਼, ਆਸਿਮ ਮੁਮਤਾਜ਼, ਉਹ ਸੈਨਿਕ ਜਨਰਲ ਬਣ ਗਿਆ। ਜਿਹੜਾ ਘਰ ਜਾ ਰਿਹਾ ਸੀ ਅਗਲੇ ਮਹੀਨੇ, ਉਹ ਸੈਨਿਕ ਜਨਰਲ ਬਣ ਗਿਆ। ਤੇ ਉਹ ਬਿਲਕੁਲ ਉਹ ਤੇ ਟੋਟਲੀ ਅਨਐਕਸਪੈਕਟਡ ਸੀ। ਇਹਦਾ ਤੇ ਐਕਸਪੈਕਟਡ ਸੀ ਕਿ ਇਹ ਰਿਟਾਇਰਮੈਂਟ ਤੋਂ ਬਾਅਦ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਜੌਬ ਮਿਲ ਜਾਂਦੀ ਹੈ ਨਾ ਜਰਨੈਲਾਂ ਨੂੰ ਅਗਲੇ 3 ਸਾਲ ਵਾਸਤੇ, ਤੇ ਇਹ ਵੇਟਿੰਗ ਲਿਸਟ 'ਚ ਹੈ ਸੀ। ਜਨਰਲ ਐਸਨ ਵੇਟਿੰਗ ਲਿਸਟ, ਉਹਦਾ ਤੇ ਇਹ ਜਨਰਲ ਐਸਨ ਹਯਾਤ? ਨਹੀਂ, ਜਨਰਲ ਐਸਨ हयात नहीं, एहसन महमूद। और ਉਹ ਦੂਸਰਾ, ਉਹਦਾ ਤੇ ਕਿਸੇ ਸੂਰਤ ਕੋਈ ਤੁਕ ਬਣਦੀ ਨਹੀਂ ਸੀ ਕਿ ਜਿਹੜਾ ਪਹਿਲਾ ਸਰਜਨ ਜਨਰਲ ਹੈ ਉਹਨੂੰ 1 ਸਾਲ ਹੋਇਆ, 3 ਸਾਲ ਦੀ ਅਪੁਆਇੰਟਮੈਂਟ ਹੈ ਉਸਦੀ। ਇਹ ਬੰਦਾ ਅਗਲੇ ਮਹੀਨੇ ਪੈਕਅਪ 60 ਸਾਲ ਦਾ ਹੋ ਰਿਹਾ, ਘਰ ਜਾ ਰਿਹਾ ਨਾ। 60 ਸਾਲ ਦਾ ਨਹੀਂ ਸੀ ਹੋਣਾ, ਬਾਹਰ ਉਹਦੀ ਉਹ ਐਜ਼ ਮੇਜਰ ਜਨਰਲ ਉਸਦੀ ਨੌਕਰੀ ਖਤਮ ਹੋ ਰਹੀ ਸੀ, ਉਦੋਂ 60 ਦਾ ਨਹੀਂ ਸੀ ਹੋਇਆ, ਠੀਕ ਹੈ। ਤੇ ਅਗਲੇ ਮਹੀਨੇ ਉਹ ਘਟ ਜਾ ਰਿਹਾ। ਅਸਲ 'ਚ ਇਹ ਸੀ ਕਿ ਉਹ ਇੱਕ ਜਿਹੜਾ ਸੀ ਨਾ, ਮੈਂ ਯੂਨੀਵਰਸਿਟੀ 'ਚ ਉਦੋਂ ਜੌਬ ਕਰ ਰਿਹਾ ਸੀ, ਉਹ VCB ਸੀ ਸਾਡਾ। ਕਿਹੜੀ ਯੂਨੀਵਰਸਿਟੀ? ਵਾਈਸ ਚਾਂਸਲਰ, ਨੈਸ਼ਨਲ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਸ। ਉਹ ਨਹੀਂ ਬਣੀ ਸੀ, ਉਹ ਮਤਲਬ ਕਿ ਉਹਦੇ ਬਣਾਉਣ ਵਾਲਿਆਂ ਪਹਿਲੇ 4 ਲੋਕਾਂ 'ਚ ਮੇਰਾ ਨਾਮ ਹੁੰਦਾ, ਉਹਦੇ ਜਿਹੜਾ ਉਹਨੂੰ ਅਸੀਂ ਖੜਾ ਕੀਤਾ ਸੀ ਉਸ ਨੂੰ। ਤੇ ਉਹ ਉਸਦਾ VCB ਸੀ ਤੇ ਸੈਨਿਕ ਜਨਰਲ ਵੀ ਸੀ। ਉਹ ਬਹਰਹਾਲ ਅਚਾਨਕ ਕੋਈ ਚੀਫ ਨੂੰ ਖਿਆਲ ਆਇਆ ਕਿ ਜੀ ਕਿ ਕੀ ਕਹੋ, ਉਹਨੂੰ ਉਹਨਾਂ ਕਿਹਾ ਕਿ ਜੀ ਕਿ ਤੂੰ ਇੱਥੋਂ ਛੱਡ ਤੇ ਤੂੰ VC ਦੇ ਕੰਮ ਕਰ ਖਾਲੀ, ਠੀਕ ਹੈ। ਉਹ ਪੋਸਟ ਖਾਲੀ ਹੋ ਗਈ। ਉਹ ਹਲੇ ਰਿਟਾਇਰ ਤੇ ਨਹੀਂ ਸੀ ਹੋਇਆ, ਸੀਨੀਅਰ ਮੋਸਟ ਸੀ, ਠੀਕ ਹੈ। ਉਹਨਾਂ ਨੇ ਜਿਹੜਾ ਕਾਗਜ਼ ਫਿਲ ਕਰ ਚੁੱਕਿਆ ਸੀ ਰਿਟਾਇਰਮੈਂਟ ਵਾਲੇ, ਉਹ ਚੁੱਕ ਕੇ ਲੈਫਟੀਨੈਂਟ ਜਨਰਲ ਪ੍ਰਮੋਟ ਕੀਤਾ ਸੀ, ਠੀਕ ਹੈ। ਉਹ ਸਾਡਾ ਕਲਾਸ ਫੈਲੋ ਸੀ। ਤੇ ਉਹ ਬਹਰਹਾਲ ਉਹਨੂੰ ਵੀ ਮੈਂ ਕਿਹਾ, ਉਹਨਾਂ ਕੁਛ ਕੀਤਾ। ਫਿਰ ਇਹ ਬਿਲਕੁਲ 1 ਮਹੀਨਾ ਰਹਿੰਦਾ ਸੀ ਜਦੋਂ 1 ਮਾਰਚ ਨੂੰ ਇਹ MD ਅਪੁਆਇੰਟ ਹੋ ਗਿਆ, ਇਹਨੇ ਆਫਿਸ 'ਚ ਆ ਗਿਆ ਜਨਰਲ ਐਸਨ। ਫਿਰ ਮੈਂ ਇਹਨੂੰ ਕਿਹਾ ਕਿ ਜੀ ਹੁਣ ਤੇ ਤੁਸੀਂ ਫੌਜੀ ਸੀਮੈਂਟ ਤੇ ਸਾਰਾ ਕੁਛ ਬਣ ਗਿਆ। ਉਹ ਕਹਿੰਦਾ ਕਿ ਹੁਣ ਦੱਸੋ ਕਿੰਨੇ ਕੁ ਪੈਸੇ ਚਾਹੀਦੇ ਨੇ, ਠੀਕ ਹੈ। ਤੇ ਉਹ ਬੜਾ, ਮੈਂ ਕਿਹਾ ਕਿ ਇੰਨੇ ਕੁ ਅਗਰ ਮਿਨੀਮਮ ਸਾਨੂੰ ਮਿਲ ਜਾਣ ਤੇ ਬਾਕੀ ਕੁਛ ਮੈਂ ਨਹੀਂ ਕਹਿੰਦਾ ਕਿ ਹੁਣ ਚਾਹੀਦੇ ਤੇ ਸਾਰੇ ਹੀ ਨੇ, ਠੀਕ ਹੈ। ਲੇਕਿਨ ਚਲੋ ਇਹਨੇ ਕੁਛ ਮੇਰੇ ਕੋਲ ਆਪਣੇ ਕੋਲ ਹੈ ਨੇ ਕੋਈ 40 ਤਕਰੀਬਨ। ਉਹਦੇ 'ਚ ਓਵਰਆਲ ਇਸ ਤਰ੍ਹਾਂ ਹੋਇਆ ਸੀ ਕਿ ਤੁਸੀਂ ਕਹਿ ਲਓ ਕਿ 45% ਕਹਿ ਲਓ ਕਿ ਮੈਂ ਆਪਣੇ ਸੀ ਤੇ 55 ਜਿਹੜੇ ਸੀ। ਅੱਛਾ, ਪੈਸੇ ਹੋ ਗਏ, ਫਿਰ ਪੈਸੇ ਹੋ ਗਏ ਬਸ। ਫਿਰ ਦੂਸਰਾ ਸੀ ਸਾਡਾ ਕਿ ਆਪਣਾ ਫਿਜ਼ੀਕਲੀ ਵੀ ਤਿਆਰ ਕਰਨਾ ਤੁਸੀਂ ਹੁੰਦਾ, ਉਹ ਵੀ ਬੜਾ ਕੰਮ ਸੀ, ਠੀਕ ਹੈ। ਉਹਦੇ ਵਾਸਤੇ ਤਿਆਰੀ ਸ਼ੁਰੂ ਕਰਤੀ, ਰਨਿੰਗ ਲੰਬੀ 3 ਘੰਟੇ, 3.5 ਘੰਟੇ ਮਾਰਗਲਾ। ਤੇ ਫਿਰ ਨਾਲ ਨੌਕਰੀ ਵੀ ਕਰ ਰਿਹਾ ਸੀ। ਨੌਕਰੀ ਕੀ ਕਰ ਰਹੇ? ਮੈਂ ਉੱਥੇ ਸੀ ਨਾ, ਨੈਸ਼ਨਲ ਯੂਨੀਵਰਸਿਟੀ ਆਫ ਮੈਡੀਕਲ ਸਾਇੰਸਿਸ ਵਿੱਚ, ਉੱਥੇ ਜੌਬ ਕਰ ਰਿਹਾ ਸੀ ਨਾ। ਤੇ ਉੱਥੇ ਵੀ ਇਹ ਹਾਲਾਤ ਸੀ ਕਿ ਹਾਲੇ ਉਹ ਨया ਸੀ ਤੇ ਆਫਿਸਰਸ ਜਾਂ ਸਟਾਫ ਬਹੁਤ ਘੱਟ ਸੀ, ਕੰਮ ਬਹੁਤ ਕਰਨਾ ਪੈਂਦਾ ਸੀ। ਤੇ ਉਸ ਸਾਲ 2017 ਦੇ ਜਿਹੜੇ ਐਡਮਿਸ਼ਨਸ ਹੋ ਰਹੇ ਸਨ ਮੈਡੀਕਲ ਕਾਲਜ ਦੇ ਵਿੱਚ, ਔਰ ਦੂਸਰੇ ਸਾਡੇ ਕਾਫੀ ਇੰਸਟੀਟਿਊਸ਼ਨਸ ਨੇ ਆਰਮੀ ਦੇ ਵੀ, ਤੇ ਉਹਦੇ ਜਿੰਨੇ ਐਡਮਿਸ਼ਨ ਸੀ ਉਹ ਸਾਰੇ ਉਹ ਮੇਰੇ ਕੋਲ ਸੀ, ਉਹ ਐਡਮਿਸ਼ਨ ਚੱਲ ਰਿਹਾ ਸੀ। ਔਰ ਮੈਂ ਜਦੋਂ ਉੱਥੇ ਗਿਆ ਉਸ ਤੋਂ ਥੋੜ੍ਹਾ ਅਰਸਾ ਪਹਿਲਾਂ ਐਡਮਿਸ਼ਨ ਸਾਰੇ ਕਲੋਜ਼ ਕਰਕੇ ਤੇ ਫਿਰ ਮੈਂ ਗਿਆ। ਤੇ ਰਨਿੰਗ ਹੋਰ ਕੀ ਤਿਆਰੀ ਹੁੰਦੀ ਹੈ? ਮਤਲਬ ਉਹਦੇ 'ਚ ਇੱਕ ਮੇਜਰ ਚੀਜ਼ ਨੇ, ਤੁਸੀਂ ਸਟੈਮਨਾ ਬਣਾਉਣਾ ਆਪਣਾ, ਲੋ ਆਕਸੀਜਨ 'ਤੇ ਕੰਮ ਕਰਨਾ ਨਾ, ਤੁਸੀਂ ਸਟੈਮਨਾ ਬਿਲਡ ਕਰਨਾ। ਉਹਦੇ 'ਚ ਰਨਿੰਗ ਹੈ
फिर दूसरा वेट कैरी करके हैवी वेट में 25 kg तक मारगला के पहाड़ के उत्ते वो ट्रैक्स जिहड़े ने ट्रैक 3 ट्रेल 5 ट्रेल 6 ये जड़ियाँ ट्रेल्स ने उन्होंने उत्ते मैं जाता सी वो वेट चुक के फिर वापस उत्ते चढ़ना उन्होंने करता सी ते ਉਹਦੇ ਵਿੱਚ ਫਿਰ ਤਕਰੀਬਨ ਮੇਰੀ ਜਿਹੜੀ ਸੀ ਬਾਕੀ ਜਿਹੜੀਆਂ ਹੁੰਦੀਆਂ ਨੇ ਨਾ ਐਕਟੀਵਿਟੀਜ਼ ਤੁਹਾਡੀਆਂ ਉਹ ਮੇਰੀਆਂ ਫਿਰ ਮੈਂ ਛੋੜਤੀਆਂ ਸਾਰੀਆਂ ਮਸਲਨ ਮਿਲਣਾ ਜੁਲਣਾ ਲੋਕਾਂ ਨਾਲ ਛੋੜਤਾ ਕਿਉਂਕਿ 5 ਦਿਨ ਤੇ ਮੈਂ ਕਰਦਾ ਸੀ ਜੋਬ ਸ਼ਾਮ ਨੂੰ ਹੁੰਦਾ ਸੀ ਘਰ 8 ਤੋਂ 4 ਵਜੇ ਤੱਕ ਤੁਹਾਡਾ ਦਫ਼ਤਰ ਹੁੰਦਾ ਸੀ ਠੀਕ ਹੈ ਉਸੇ 'ਚ ਹੀ ਮੈਂ ਐਕਸਰਸਾਈਜ਼ ਵੀ ਕਰਨੀ ਹੁੰਦੀ ਸੀ ਉਸ ਦੇ ਦੌਰਾਨ ਨਹੀਂ अर्ਲੀ ਮਾਰਨਿੰਗ 3 ਵਜੇ ਉੱਠ ਕੇ 3 ਵਜੇ ਉੱਠ ਕੇ मैं जाना है ट्रैक पे वापस आना है बेटे नू स्कूल छोड़ना है स्कूल छोड़ के वापस आके तैयार होके 8 बजे फिर मैं दफ्तर जाना होंदा सी 8:30 बजे लगते सी 8 ਤੋਂ 4 सी नॉर्मल से 9 ਤੋਂ 5 रहना वो 8 ਤੋਂ 4 पहले फौजी तरीका रखा ना 1 घंटा बढ़ा दिता 8 ਤੋਂ 3 नहीं 8 ਤੋਂ 4 रखा ਤੇ ਉਹ ਫਿਰ ਇਹੀ ਸੀ ਕਿ ਤੁਸੀਂ ਮਿਲਣਾ ਜੁਲਣਾ ਘੱਟ ਕਰ ਦਿਓ ਲੋਕਾਂ ਦੇ ਨਾਲ ਟਰੈਵਲਿੰਗ ਘੱਟ ਕਰ ਦਿਓ ਬਾਕੀ ਐਕਟੀਵਿਟੀਜ਼ ਘੱਟ ਕਰ ਦਿਓ ਤੁਸੀਂ ਉਹਦੇ ਦੋ ਮਤਲਬ ਸੀ ਨਾ ਇੱਕ ਤੇ ਇਹ ਸੀ ਕਿ ਆਪਣੀ ਤਿਆਰੀ ਕਰਨੀ ਹੈ ਦੂਸਰਾ ਨਾਲ ਹੀ ਮੇਰਾ ਇਹ ਵੀ ਮਕਸਦ ਸੀ ਕਿ ਜਿੰਨੀ ਤੁਹਾਡਾ ਮਿਲਣਾ ਜੁਲਣਾ ਬਾਹਰ ਨਿਕਲਣਾ ਘੱਟ ਹੋਏਗਾ ਉਨੀ ਤੁਹਾਡੀ ਸੇਵਿੰਗ ਜ਼ਿਆਦਾ ਹੋਏਗੀ ਪੈਸੇ ਵੀ ਜਮ੍ਹਾਂ ਕਰਨੇ ਸੀ ਜਿੰਨੇ ਜ਼ਿਆਦਾ ਤੋਂ ਜ਼ਿਆਦਾ ਅਸੀਂ ਕਰ ਸਕੀਏ ਫਿਰ ਉਹ ਵੀ ਤੇ ਆਪਣੀ ਜ਼ਿੰਮੇਵਾਰੀ ਤੇ ਬੁਨਿਆਦੀ ਤੌਰ ਤੇ ਆਪਣੀ ਸੀ ਨਾ ਤੇ ਉਹ ਫਿਰ ਵਿੱਚ ਇਸ ਤਰ੍ਹਾਂ ਹੀ ਉਹਨਾਂ ਨੇ ਮਦਦ ਕਰਨੀ ਹੁੰਦੀ ਹੈ ਐਵੇਂ ਕਿਸੇ ਨੇ ਇੱਕ ਦੋਸਤ ਦੇ ਨਾਲ ਸਾਡਾ ਜੂਨੀਅਰ ਸੀ ਉਹ ਉੱਥੇ ਆਏ ਉਹਦੇ ਨਾਲ ਐਵੇਂ ਮੈਂ ਕਿਹਾ ਕਿ ਮੈਂ ਤੇ ਇਹ ਜਾ ਰਿਹਾ ਤੇ ਕਹਿੰਦੇ ਸਰ ਕਿਸ ਤਰ੍ਹਾਂ ਜਾ ਰਹੇ ਹੋ ਤੁਸੀਂ ਪੈਸੇ ਦਾ ਬੰਦੋਬਸਤ ਹੈ ਮੈਂ ਕਿਹਾ ਬਸ ਢੂੰਡ ਰਿਹਾ ਤੁਸੀਂ ਮੈਨੂੰ ਦੱਸਣਾ ਸੀ ਜਦੋਂ ਤੁਸੀਂ 6 ਮਹੀਨੇ ਅਗਰ ਪਹਿਲਾਂ ਦੱਸਦੇ ਤੇ ਬੜਾ ਆਸਾਨ ਕੰਮ ਸੀ ਮੈਂ ਕੱਢ ਲੈਣਾ ਸੀ ਮੇਰੇ ਤਾਲੁਕਾਤ ਹੈ ਨੇ ਜਾਂ ਮੇਰੇ ਉਹਦੇ ਕੁਛ ਕਰੀਬੀ ਰਿਸ਼ਤੇਦਾਰ ਭਾਈ ਉਸਦੇ ਜੱਟ ਬ੍ਰਦਰ ਇਨ ਲਾਜ਼ ਔਰ ਇਸ ਤਰ੍ਹਾਂ ਦੇ ਉਹਦੇ ਔਰ ਬਿਜ਼ਨਸਮੈਨ ਤੇ ਉਹਨਾਂ ਨੇ ਰਾਬਤਾ ਕਿਸੇ ਦੇ ਥਰੂ ਉਹਨਾਂ ਕਰਾਇਆ ਬੈਸਟ ਵੇ ਵਾਲਾ ਬੈਸਟ ਵੇ ਸੀਮੈਂਟ ਤੇ ਉਹ ਬਾਹਰ ਉਹਨਾਂ ਨੇ ਵੀ ਆਊਟ ਆਫ ਉਸ 'ਤੇ ਜਾ ਕੇ ਨਾ ਤੇ ਮੈਂ ਕਿਹਾ ਕਿਤੇ ਜਲਦੀ ਚਾਹੀਦਾ ਉਹਨਾਂ ਨੇ ਵੀ ਕੁਛ ਕਰ ਦਿੱਤਾ ਬੜੇ ਥੋੜ੍ਹੇ 5 ਲੱਖ 2 ਲੱਖ 3 ਲੱਖ ਇੱਦਾਂ ਦਾ ਹਿਸਾਬ ਕਿਤਾਬ ਸੀ ਲੋਕਾਂ ਦਾ ਲੇਕਿਨ ਚੂੰਕਿ ਉਹ ਸਾਡੇ ਇੱਥੇ ਰਿਵਾਜ ਨਹੀਂ ਹੈ ਨਾ ਕਿ ਸਵਾਏ ਕ੍ਰਿਕਟ ਦਾ ਕ੍ਰਿਕਟ ਲੋਕ ਹੀ ਕਰਦੇ ਹਨ ਬਾਕੀ ਨਹੀਂ ਕਰਦੇ ਤੇ ਦੂਸਰਾ ਇਹ ਵੀ ਕਿ ਇਹਦੇ ਸਪੈਕਟੇਟਰ ਕੋਈ ਨਹੀਂ ਹੁੰਦਾ ਇਹ ਵੀ ਇੱਕ ਹੁੰਦੀ ਹੈ ਚੀਜ਼ ਕਿ ਉਹ ਜਿਹੜਾ ਸਪਾਂਸਰ ਕਰ ਰਿਹਾ ਉਹ ਕਹਿੰਦਾ ਇਹਨੂੰ ਦੇਖਣਗੇ ਕਿਤਨੇ ਲੋਕ ਫਿਰ ਇਹਦੀ ਗਾਰੰਟੀ ਕੀ ਹੈ ਕਿ ਤੁਸੀਂ ਚੜ੍ਹ ਕੇ ਆਓਗੇ ਇਹਦੀ ਕੀ ਗਾਰੰਟੀ ਹੈ ਕਿ ਤੁਸੀਂ ਜ਼ਿੰਦਾ ਵਾਪਸ ਆਓਗੇ ਉਹ ਇਸ ਵਜ੍ਹਾ ਤੋਂ ਇਹ ਲੋਕੀ ਜਿਹੜੇ ਨੇ ਉਹ ਕਹਿੰਦੇ ਕਿ ਉਸ ਤੋਂ ਅਸੀਂ ਬੜਾ ਘੱਟ ਪੈਸੇ ਲਾ ਕੇ ਜਿਹਨੇ ਤੁਸੀਂ ਤਾਂ ਬਹੁਤ ਜ਼ਿਆਦਾ ਮਤਲਬ ਕਿ ਮਿਲੀਅਨਸ ਦੀ ਗੱਲ ਕਰ ਰਹੇ ਹੋ ਠੀਕ ਹੈ ਤੇ ਅਸੀਂ ਤੇ ਮਤਲਬ ਕਿ ਕਿੱਥੇ 5-6 ਮਿਲੀਅਨ ਕਿਤੇ ਉਹ ਕਹਿੰਦੇ ਕਿ ਅਸੀਂ ਤੇ 50,000 ਲਗਾਈਏ ਇੱਥੇ ਤੇ ਮਿਊਜ਼ੀਕਲ ਨਾਈਟ ਤੇ ਸਾਡੇ ਝੰਡੇ ਵੀ ਲੱਗ ਜਾਂਦੇ ਨੇ ਤੇ ਚੀਫ ਗੈਸਟ ਵੀ ਅਸੀਂ ਹੁੰਦੇ ਹਾਂ ਠੀਕ ਹੈ ਉੱਥੇ ਇੰਨੇ ਸਪੈਕਟੇਟਰਸ ਵੀ ਹੁੰਦੇ ਨੇ ਉੱਥੇ ਦੇਖਣ ਵਾਲੇ ਤੇ ਬਹਰਹਾਲ ਉਹ ਨਾਈਸ ਆਫ ਡਿਫਰੈਂਟ ਪੀਪਲ ਇੱਕ ਹੋਰ ਦੋਸਤ ਸੀ ਉਹਨੇ ਕੀਤਾ ਇਸ ਤਰ੍ਹਾਂ ਤੇ ਸਾਡਾ ਗੁਜ਼ਾਰਾ ਹੋ ਗਿਆ ਫਿਰ ਕੁਛ ਔਰ ਇੱਕ ਬਹੁਤ ਬੜੇ ਸਪਾਂਸਰ ਮੈਨੂੰ ਘਰੋਂ ਮਿਲ ਗਿਆ ਬੇਗਮ ਮੇਰੀ ਉਹਨਾਂ ਕਿੰਨੇ ਪੈਸੇ ਦਿੱਤੇ 10 ਲੱਖ ਦਿੱਤੇ ਇੱਕ ਮਿਲੀ ਉਹ ਐਨੇ ਹੀ ਵਿਚਾਰੀ ਕੋਲ ਆਇਆ ਸੀ ਉਹਨੇ ਕਿਹਾ ਕਿ ਸਾਰੇ ਲੈ ਅੱਛਾ ਤੇ ਫਿਰ ਇਹਦੇ ਵਿੱਚ ਖਾਸ ਟ੍ਰੇਨਿੰਗ ਯਾਨੀ ਖਾਣ ਪੀਣ ਦੇ ਵਿੱਚ ਕੀ ਹੁੰਦਾ ਡਾਈਟ ਖਾਣ ਪੀਣ ਵਿੱਚ ਬੁਨਿਆਦੀ ਤੌਰ ਤੇ ਨੋਰਮਲੀ ਡਾਈਟ ਹੁੰਦੀ ਹੈ ਨਾ ਕਿਉਂਕਿ ਸਪੈਸ਼ਲ ਤੇ ਕੋਈ ਡਾਈਟ ਹੁੰਦੀ ਨਹੀਂ ਲੇਕਿਨ ਸਪੈਸ਼ਲ ਤੁਸੀਂ ਇੱਕ ਹਿਸਾਬ ਨਾਲ ਕਹਿ ਸਕਦੇ ਹੋ ਕਿ ਜਦੋਂ ਉੱਪਰ ਚਲੇ ਜਾਂਦੇ ਅਸੀਂ ਅਪਰ ਬੇਸ ਕੈਂਪ ਤੱਕ ਤੇ ਇਹੋ ਹੀ ਦਾਲ ਰੋਟੀ ਸਬਜ਼ੀ ਗੋਸ਼ਤ ਇਹੀ ਚੀਜ਼ਾਂ ਹੁੰਦੀਆਂ ਜਦੋਂ ਤੁਸੀਂ ਉੱਪਰ ਚਲੇ ਜਾਂਦੇ ਹੋ ਉੱਪਰ ਫਿਰ ਭੁੱਖ ਨਹੀਂ ਲੱਗਦੀ ਤੁਹਾਨੂੰ
ਉਹ ਜਦੋਂ ਭੁੱਖ ਨਹੀਂ ਲੱਗਦੀ ਤੁਸੀਂ ਬਹੁਤ ਥੋੜ੍ਹਾ ਕੁਛ ਖਾ ਸਕਦੇ ਹੋ, ਅਤੇ ਬਹੁਤ ਥੋੜ੍ਹੇ ਦੇ ਵਿੱਚ ਫਿਰ ਕੋਸ਼ਿਸ਼ ਹੁੰਦੀ ਹੈ ਜ਼ਿਆਦਾ ਤੋਂ ਜ਼ਿਆਦਾ ਡਾਈਟ ਹੋਵੇ। ਉਹਦੇ ਵਿੱਚ ਅਗੇਨ ਫਿਰ ਇਹ ਚੀਜ਼ ਆ ਜਾਂਦੀ ਹੈ ਕਿ ਜਿਹੜੀਆਂ ਮਿਲਦੀਆਂ ਨੇ ਚੀਜ਼ਾਂ ਪਹਿਲੇ ਹੀ ਪ੍ਰੀਪੇਅਰਡ ਹੁੰਦੀਆਂ, ਇਹ 'ਚ ਹਰ ਚੀਜ਼ ਮੌਜੂਦ ਹੁੰਦੀ ਹੈ ਕਨਸਨਟ੍ਰੇਟਡ ਕਿਸਮ ਦੀ। ਉਹ ਮੈਂ ਦੇਖਿਆ ਕਿ ਸਾਡੇ ਲੋਕੀ ਜਿਹੜੇ ਖਾਸ ਤੌਰ 'ਤੇ ਅਸੀਂ ਪੰਜਾਬੀ ਲੋਕੀ ਜਿਹੜੇ ਆ, ਜਿਨ੍ਹਾਂ ਨੂੰ ਇੱਕ ਵਕਤ ਦਾ ਸਾਲਨ ਅਸੀਂ ਦੂਸਰੇ ਟਾਈਮ ਨਹੀਂ ਖਾ ਸਕਦੇ, ਸਾਡੇ ਵਾਸਤੇ ਉਹ ਬੜੇ ਮੁਸ਼ਕਲ ਹੁੰਦੇ। ਕੋਈ ਸਾਰੀ ਖੁਰਾਕ ਜਦੋਂ ਪ੍ਰੀਜ਼ਰਵ ਹੋ ਜਾਏਗੀ 6 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ, ਜਦੋਂ ਤੁਸੀਂ ਉਹਨੂੰ ਦੁਬਾਰਾ ਪ੍ਰੀਪੇਅਰ ਕਰਕੇ ਪਾਣੀ ਪਾ ਕੇ ਦੁਬਾਰਾ ਬੋਇਲ ਕਰਕੇ ਉਹ ਤਾਂ ਮੁਸ਼ਕਿਲ ਜ਼ਰਾ ਹੋ ਜਾਂਦੀ ਹੈ ਸਾਡੇ ਵਾਸਤੇ। ਉਹਦਾ ਟੇਸਟ ਬਦਲੀ ਹੋ ਜਾਂਦਾ, ਉਹਦਾ ਓਰੀਜਨਲ ਟੇਸਟ ਨਹੀਂ ਰਹਿੰਦਾ। ਅਸੀਂ ਆਦੀਆਂ ਓਰੀਜਨਲ ਟੇਸਟ ਹੈ। ਅਸੀਂ ਦੁਪਹਿਰ ਨੂੰ ਸਾਲਨ ਬਣਦਾ, ਰਾਤ ਨੂੰ ਅਸੀਂ ਕਹਿੰਦੇ ਕਿਉਂ ਜੀ ਇੱਥੇ ਦੁਪਹਿਰ ਦਾ ਇਹ ਨਹੀਂ ਖਾਣਾ, ਕਿਉਂਕਿ ਇੱਥੇ ਮਿਲਦਾ ਸਾਨੂੰ। ਇਹ ਐਗਰੀਕਲਚਰਲ ਖਾਣਾ ਪੀਣਾ, ਇੱਥੇ ਹਰ ਤਰ੍ਹਾਂ ਦਾ ਸਾਨੂੰ ਕੋਈ ਮਸਾਇਲ ਨਹੀਂ ਹੈ, ਅਤੇ ਉਹ ਸਾਡੇ ਵਾਸਤੇ। ਲੇਕਿਨ ਉਹ ਲੋਕੀ ਕਿ ਜਿਹੜੇ ਪ੍ਰੀਜ਼ਰਵ ਫੂਡ ਖਾਣ ਦੇ ਆਦੀ ਨੇ, ਉਹਨਾਂ ਵਾਸਤੇ ਇੰਨਾ ਮਸਲਾ ਨਹੀਂ ਹੁੰਦਾ ਉਹ ਖਾਣਾ। ਪਰ ਉਹ ਫਿਰ ਸਾਡੀ ਕੋਸ਼ਿਸ਼ ਤਾਂ ਹੁੰਦੀ ਹੈ, ਬਿਸਕੁਟ ਲੈ ਲਿੱਤੇ, ਚਾਕਲੇਟ ਲੈ ਲਿੱਤੇ, ਈਵਨ ਉਹ ਵੀ ਥੋੜ੍ਹਾ ਖਾ ਲਿੱਤਾ ਕੋਈ ਫਿਰ ਉੱਤੇ ਮਸਲਾ ਹੁੰਦਾ ਕੈਰੀ ਕਰਨਾ। ਤੁਹਾਨੂੰ ਵੇਟ ਕੈਰੀ ਨਹੀਂ ਕਰ ਸਕਦੇ ਤੁਸੀਂ, ਉਹ ਤੁਸੀਂ ਤਾਜ਼ਾ ਫਰੂਟ ਤੇ ਨਹੀਂ ਲਿਜਾ ਸਕਦੇ, ਠੀਕ ਹੈ। ਤਾਜ਼ਾ ਚੀਜ਼ਾਂ ਉੱਥੇ ਮਿਲਦੀਆਂ ਵੀ ਨਹੀਂ, ਲੇਕਿਨ ਅਗਰ ਹੋਏ ਵੀ ਤਾਂ ਤੁਸੀਂ ਲਿਜਾ ਨਹੀਂ ਸਕਦੇ ਉੱਤੇ। ਉਹ ਇਹ ਸਾਰੇ ਮਸਾਇਲ ਹੁੰਦੇ ਨੇ ਜਿਹਦੇ ਤੁਸੀਂ ਇੱਕ ਦਰਮਿਆਨੀ ਰਸਤਾ ਕੱਢਣਾ ਹੁੰਦਾ ਹੈ ਕਿ ਔਰ ਉਸ ਦੇ ਵਿੱਚ ਫਿਰ ਅਸੀਂ ਇਹ ਵੀ ਕਰਦੇ ਕਿ ਘੱਟੋ ਘੱਟ ਤੁਸੀਂ ਉੱਤੇ ਰਹੋ, ਵਾਪਸ ਆਓ, ਜ਼ਿਆਦਾ ਦੇਰ ਉੱਤੇ ਰਹੋ ਨਹੀਂ। ਔਰ ਉਸ ਵਿੱਚ ਫਿਰ ਕੋਸ਼ਿਸ਼ ਕਰਦੇ ਕਿ ਕੁਛ ਨਾ ਕੁਛ ਡਾਈਟ ਸਾਨੂੰ ਜਿੰਨੀ ਵੀ ਪ੍ਰੀ ਕੁਕਡ ਚੀਜ਼ਾਂ ਮਿਲ ਜਾਣ। ਯਾਨੀ ਇਹ ਜਾਣ ਤੋਂ ਪਹਿਲਾਂ ਵੀ ਇੱਥੇ ਟ੍ਰੇਨਿੰਗ ਤੁਸੀਂ ਇਹ ਲੈਂਦੇ ਹੋ? ਇਸ ਚੀਜ਼ ਦੀ ਨਹੀਂ, ਇੱਥੇ ਕੋਈ ਜ਼ਰੂਰਤ ਨਹੀਂ ਹੁੰਦੀ, ਇੱਥੇ ਕੋਈ ਜ਼ਰੂਰਤ ਨਹੀਂ ਹੁੰਦੀ। ਇਹ ਉੱਥੇ ਬਸ ਮਜਬੂਰੀ, ਜੋ ਬਸ ਖਾਇਆ ਗਿਆ। ਪਾਣੀ ਤੁਸੀਂ ਬਰਫ਼ ਪਿਘਲਾਣੀ ਹੈ, ਉਹ ਬਰਫ਼ ਪਿਘਲਾ ਕੇ ਤੁਸੀਂ ਲੈਣਾ, ਅਤੇ ਉਹ ਪਾਣੀ ਵੀ ਨਹੀਂ ਪੀ ਸਕਦੇ ਤੁਸੀਂ। ਇਹ ਵੀ ਹੁੰਦਾ ਕਿ ਉਹ ਪਾਣੀ H2O ਪਿਓਰ ਡਿਸਟਿਲਡ ਵਾਟਰ ਹੁੰਦਾ। ਉਹ ਜਿਹੜੀ ਉੱਪਰ ਬਰਫ਼ ਹੈ ਨਾ, ਜਿਹੜੀ ਇੱਥੇ ਬਰਫ਼ ਬਣਾਉਂਦੇ ਨੇ, ਉਹ ਤੇ ਆਮ ਪਾਣੀ ਦੀ ਬਣਾਉਂਦੇ ਨਾ। ਇਹਦਾ ਜ਼ਾਇਕਾ ਔਰ ਇਸ ਦਾ ਇਫੈਕਟ ਅਸਰਾਤ ਹੋਰ ਹੁੰਦੇ। ਉਹ ਜਿਹੜੀ ਹੈ ਉਹ ਬਿਲਕੁਲ ਉਹ ਪਿਓਰ H2O ਹੁੰਦਾ, ਬੈਟਰੀਆਂ 'ਚ ਪਾਉਣ ਵਾਲਾ ਪਾਣੀ। ਡਿਸਟਿਲਡ ਵਾਟਰ ਹੀ ਪਾਉਂਦੇ ਨਾ, ਜਾਂ ਜਿਹੜਾ ਇਹਦੇ ਵਿੱਚੋਂ ਨਿਕਲ ਰਿਹਾ ਹੁੰਦਾ ਤੁਹਾਡਾ AC 'ਚੋਂ ਨਹੀਂ ਬਾਹਰ ਨਿਕਲ ਰਿਹਾ ਹੁੰਦਾ, ਉਹ H2O ਕੰਡੈਂਸ ਹੋਇਆ ਹੁੰਦਾ ਨਾ, ਉਹਦੇ 'ਚ ਕੋਈ ਮਿਲਾਵਟ ਨਹੀਂ। ਜਦੋਂ ਕਿ ਨਾਰਮਲ ਜਿਹੜਾ ਪੀਂਦੇ ਹਾਂ ਅਸੀਂ, ਉਹਦੇ 'ਚ ਮਿਲਾਵਟ ਹੁੰਦੀ ਹੈ ਪਾਣੀ 'ਚ, ਭਾਵੇਂ ਉਹ ਚਸ਼ਮੇ ਦਾ ਹੋਵੇ, ਜ਼ਮੀਨ 'ਚੋਂ ਕੱਢੋ ਤੁਸੀਂ, ਜਾਂ ਮਿਨਰਲ ਵਾਟਰ ਹੋਵੇ, ਉਹ ਮਿਲਾਵਟ ਉਹਦੇ 'ਚ ਹੁੰਦੀ ਹੈ। ਉਹ ਮਿਲਾਵਟ ਦੇ ਅਸੀਂ ਆਦੀ ਹੁੰਦੇ ਹਾਂ। ਨਾ ਸਿਰਫ ਇਹ ਕਿ ਅਸੀਂ ਆਦੀ ਹੁੰਦੀ ਹੈ, ਬਲਕਿ ਉਹਦੀ ਔਸਮੋਲੈਰਿਟੀ ਇੱਕ ਚੀਜ਼ ਹੁੰਦੀ ਹੈ, ਉਹ ਮਿਲਾਵਟ ਦੇ ਨਾਲ ਔਸਮੋਲੈਰਿਟੀ ਬਰਾਬਰ ਹੋ ਜਾਂਦੀ ਹੈ ਸਾਡੇ ਖੂਨ ਦੇ, ਜਦੋਂ ਕਿ ਉਹਦੀ ਔਸਮੋਲੈਰਿਟੀ ਤਾਂ ਹੁੰਦੀ ਨਹੀਂ, ਬਹੁਤ ਹੀ ਜ਼ੀਰੋ ਹੁੰਦੀ ਹੈ ਨਾ ਉਹਦੀ, ਤੇ ਉਹ ਫਿਰ ਡੈਮੇਜ ਕਰਦਾ ਤੁਹਾਨੂੰ।